ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅਸਲ ਵਿੱਚ ਜਿਹਨੂੰ ਦੁਨੀਆ ਅਧਿਆਤਮਕ ਮਾਰਗ ਆਖਦੀ ਜਾਂ ਸਪਿਰਿਚੁਅਲ ਵੇ ਆਫ ਲਾਈਫ ਆਖਦੀ, ਮਹਾਰਾਜ ਜੀ ਸਮਝਾਉਂਦੇ ਦੁਨੀਆ ਨੇ ਕਿਉਂਕਿ ਪਰਮਾਤਮਾ ਦੀ ਗੱਲ ਸੁਣੀ ਨਹੀਂ, ਆਪਾਂ ਜੀ ਜੋ ਪੱਛਮ ਦੀ ਦੁਨੀਆ 'ਚ ਵਸਦੇ ਹਾਂ, ਆਪਣੇ ਲਈ ਬੇਹੱਦ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਨੂੰ ਸਮਝ ਕੇ ਬੱਚਿਆਂ ਨੂੰ ਸਮਝਾਉਣਾ। ਜਦੋਂ ਆਪਾਂ ਘਰ ਵਿੱਚ ਬੱਚਿਆਂ ਦੇ ਨਾਲ ਬੈਠ ਕੇ ਗੱਲਾਂ ਕਰਾਂਗੇ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਹੋਰ ਜ਼ਿਆਦਾ ਸਮਝ ਆਊ ਖੁਦ ਨੂੰ। ਤੇ ਪਰਿਵਾਰ ਦੀ ਵੀ ਕੜੀ ਬਹੁਤ ਮਜ਼ਬੂਤ ਬਣੂ। ਸੱਚਾ ਸੁੱਚਾ ਪਿਆਰ, ਹਮਦਰਦੀ, ਇੱਕ ਦੂਸਰੇ ਦੀ ਪਰਵਾਹ, ਮਮਤਾ ਵਿੱਚੋਂ ਨਹੀਂ, ਇਨਸਾਨੀਅਤ ਦੇ ਵਿੱਚੋਂ। ਇਨਸਾਨੀਅਤ ਪੱਛਮ ਵਿੱਚ ਜੋ ਕੁਛ ਵੀ ਉਹ ਕਰਦੇ ਹਨ, ਉੱਥੇ ਹਰ ਇੱਕ ਚੀਜ਼ ਨੂੰ ਲੈ ਕੇ ਉਹਨੂੰ ਚੀਰਿਆ ਫਾੜਿਆ, ਜੋ ਸਾਇੰਟਿਸਟ ਕਰਦੇ, ਚੀਰਿਆ ਫਾੜਿਆ ਜਾਂਦਾ, ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਫਿਰ ਉਹ ਚੀਜ਼ ਪਬਲਿਕ ਤੇ ਲਾਗੂ ਕਰ ਦਿੱਤੀ ਜਾਂਦੀ। ਬਾਹਰੋਂ ਸਮਝ ਕੇ, ਪਰ ਆਪਾਂ ਜਾਣਦੇ ਹਾਂ ਕਿ ਅਸਲ ਚੀਜ਼ ਅੰਦਰ ਹੈ, ਇਹਨੂੰ ਬਾਹਰੋਂ ਸਮਝਿਆ ਨਹੀਂ ਜਾ ਸਕਦਾ। ਇਸ ਲਈ ਪੱਛਮ ਦੀ ਜ਼ਿੰਦਗੀ ਬਹੁਤ, ਪੈਸਾ ਉੱਥੇ ਹੈ, ਇਨਸਾਫ ਵੀ ਹੈ, ਦੁਨਿਆਵੀ ਡਿਸਿਪਲਿਨ ਵੀ ਹੈ, ਹਰ ਇੱਕ ਚੀਜ਼ ਉੱਥੇ ਮਿਲਦੀ ਹੈ। ਪਰ ਜੋ ਅਸਲ ਚੀਜ਼ ਉਹ ਉੱਥੇ ਨਹੀਂ ਮਿਲਦੀ। ਤੇ ਜੇ ਆਪਾਂ ਨੂੰ ਅਸਲ ਚੀਜ਼ ਵੀ ਮਹਾਰਾਜ ਜੀ ਦੇ ਦੇਣ ਤੇ ਬਾਕੀ ਸਭ ਕੁਛ ਉੱਥੇ ਮਿਲਦਾ ਹੈ, ਫਿਰ ਆਪਣੇ ਦੋਈ ਹੱਥੀਂ ਲੱਡੂ ਹਨ। ਫਿਰ ਜ਼ਿੰਦਗੀ ਇੱਕ ਪਿਕਨਿਕ, ਜ਼ਿੰਦਗੀ ਇੱਕ ਉਤਸਵ, ਇੱਕ ਮੇਲਾ ਬਣ ਜਾਂਦਾ। ਪੱਛਮ ਦੀ ਦੁਨੀਆ
ਅਸੀਂ ਉਹਦੀ ਗੱਲ ਇਸ ਕਰਕੇ ਕਹਿ ਰਹੇ ਜੀ ਕਿਉਂਕਿ ਆਪਾਂ ਉਹਨਾਂ ਮੁਲਕਾਂ 'ਚ ਰਹਿੰਦੇ ਹਾਂ। ਸਭ ਤੋਂ ਜ਼ਿਆਦਾ ਬਿਮਾਰੀਆਂ ਉੱਥੇ, ਗਰੀਬ ਮੁਲਕਾਂ ਵਿੱਚ ਬਹੁਤ ਘੱਟ ਬਿਮਾਰੀ। ਗਰੀਬ ਮੁਲਕਾਂ ਵਿੱਚ ਖੁਰਾਕ ਨਾ ਠੀਕ ਮਿਲਣ ਕਰਕੇ ਮੌਤ ਜਲਦੀ ਹੋ ਜਾਂਦੀ। ਪੱਛਮ ਦੀ ਦੁਨੀਆ ਵਿੱਚ ਗਲਤ ਤਰੀਕੇ ਨਾਲ ਸਭ ਕੁਝ ਵਰਤਣ ਨਾਲ ਸਭ ਤੋਂ ਜ਼ਿਆਦਾ ਬਿਮਾਰੀਆਂ ਉੱਥੇ। ਬਿਮਾਰੀ ਆਪਾਂ ਨੂੰ ਉਦੋਂ ਲੱਗਦੀ ਹੈ ਜਦੋਂ ਆਪਾਂ ਕੁਦਰਤ ਦੇ ਕਾਨੂੰਨ ਤੋਂ ਬਾਹਰ ਹੋ ਕੇ ਰਹਿਣ ਲੱਗਦੇ ਹਾਂ। ਇਸ ਚੀਜ਼ ਨੂੰ ਪਲੀਜ਼ ਸਮਝਣਾ ਜ਼ਰੂਰੀ ਹੈ ਬਹੁਤ। ਮਹਾਰਾਜ ਜੀ ਦੀ ਮਿਹਰ ਨਾਲ ਸਾਰੀ ਦੁਨੀਆ ਤੋਂ ਸੰਗਤਾਂ ਦੇ ਕਹਾਣੀਆਂ ਸੁਣਨ ਦਾ ਮੌਕਾ ਮਿਲਦਾ ਤੇ ਥਾਂ ਥਾਂ ਤੋਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਕੋਈ ਬ੍ਰੈਸਟ ਕੈਂਸਰ, ਕੋਈ ਕਿਤੇ ਕੈਂਸਰ, ਕੋਈ ਹਾਰਟ, ਦਿਲ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ, ਆਪਣੇ ਹਿੱਸੇ ਪਰਮਾਤਮਾ ਨੇ ਆਪਣੇ ਸਰੀਰ ਦੇ 3 ਹਿੱਸੇ ਕੀਤੇ ਹਨ। ਇੱਕ ਸੀਸ ਹੈ ਜਿਹਦੇ ਵਿੱਚ ਸੁਰਤੀ ਦਾ ਸੈਂਟਰ ਹੈ, ਫਿਰ ਛਾਤੀ ਹੈ ਜਿਹਦੇ ਵਿੱਚ ਜੀਂਦੇ ਰਹਿਣ ਦਾ ਸੈਂਟਰ ਹੈ। ਜੀਂਦੇ ਰਹਿਣ ਦਾ ਸੈਂਟਰ ਹੈ ਸਵਾਸ, ਫੇਫੜੇ ਤੇ ਦਿਲ। ਔਰ ਫਿਰ ਥੱਲੇ ਹੇਠਾਂ ਪੇਟ ਹੈ। ਹਰ ਇੱਕ ਹਿੱਸਾ ਬਹੁਤ ਹੀ ਜ਼ਰੂਰੀ ਹੈ। ਜੋ ਪੇਟ ਹੈ, ਇੱਕ ਹਿੱਸੇ ਨੂੰ ਦੂਸਰੇ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ, ਪਰ ਪੇਟ ਦੇ ਵਿੱਚ ਆਪਣਾ ਖਾਣਾ ਜਾਂਦਾ ਹੈ, ਉੱਥੋਂ ਸਰੀਰ ਨੂੰ ਤਾਕਤ ਮਿਲਦੀ ਹੈ। ਉਹ ਤਾਕਤ ਜ਼ਰੂਰੀ ਹੈ ਸਰੀਰ ਦੇ ਜੀਂਦੇ ਤੁਰਨ ਫਿਰਨ ਲਈ, ਕੰਮ ਕਾਰ ਕਰਨ ਲਈ। ਜੀਂਦੇ ਰਹਿਣ ਵਾਸਤੇ ਹਵਾ ਤੇ ਦਿਲ ਜੋ ਪਰਮਾਤਮਾ ਚਲਾਉਂਦੇ, ਸਿੱਧਾ ਦਿਲ और फेफड़े, दिल और साह और किडनीज, गुर्दे, ये परमात्मा चलाਉਂਦੇ ਆ। ਆਪਾਂ ਉਹਦੇ ਵਿੱਚ ਦਖਲ ਨਹੀਂ ਦੇ ਸਕਦੇ। ਜਦੋਂ ਆਪਾਂ ਦਖਲ ਦਿੰਦੇ ਹਾਂ ਤੇ ਸਭ ਗੜਬੜ ਹੁੰਦੀ ਹੈ। ਕੈਂਸਰ ਕਿਉਂ ਹੁੰਦੀ ਹੈ? ਕੈਂਸਰ ਹੁੰਦੀ ਹੈ ਕਿ ਜਦੋਂ ਆਪਣੇ ਸਰੀਰ ਦੇ ਕਿਸੇ ਹਿੱਸੇ ਵਿੱਚ ਆਕਸੀਜਨ ਨਾ ਜਾਵੇ, ਆਪਣੇ ਅੰਦਰ ਜੀ ਪਿਊਬਿਕ ਬੋਨ ਤੇ ਧਿਆਨ ਲਾ ਕੇ ਰੱਖਣਾ। Let us please become focused at the pubic bone. अपना खून महाराज जी अंदर नालियां ਹਨ ਬਰੀਕ ਬਰੀਕ ਜਿਨ੍ਹਾਂ ਵਿੱਚੋਂ ਦੀ ਖੂਨ ਪਰਮਾਤਮਾ ਚਲਾਉਂਦਾ ਹੈ ਤੇ ਸਾਰੇ ਸਰੀਰ ਵਿੱਚ ਭੇਜਦਾ ਹੈ। ਜਦੋਂ ਆਪਾਂ ਸਾਹ ਲੈਂਦੇ ਹਾਂ
ਤੇ ਜੋ ਨਾਲੀਆਂ ਦੇ ਵਿੱਚ ਖੂਨ ਚੱਲ ਰਿਹਾ ਸੀ ਜਦੋਂ ਆਪਾਂ ਸਾਹ ਲੈਂਦੇ ਹਾਂ, ਤੇ ਉਹਨਾਂ ਨਾਲੀਆਂ ਦੇ ਵਿੱਚ ਬਹੁਤ ਬਰੀਕ ਬਰੀਕ ਛੇਕ ਹਨ, ਜਿਨ੍ਹਾਂ ਨਾਲੀਆਂ 'ਚੋਂ ਪਰਮਾਤਮਾ ਖੂਨ ਚਲਾਉਂਦੇ। ਉਹਨਾਂ ਨਾਲੀਆਂ ਵਿੱਚ ਬਹੁਤ ਬਰੀਕ ਬਰੀਕ ਛੇਕ ਹਨ। ਜਦੋਂ ਸਾਹ ਲੈਂਦੇ ਹਾਂ ਤੇ ਪਰਮਾਤਮਾ ਉਸ ਖੂਨ ਨੂੰ ਨਾਲੀਆਂ ਦੇ ਛੇਕਾਂ ਵਿੱਚ ਦੀ ਨਾਲੀਆਂ ਦੇ ਬਾਹਰ ਲੈ ਆਉਂਦੇ। ਤੇ ਜੋ ਆਪਾਂ ਸਾਹ ਲੈਂਦੇ ਹਾਂ ਆਕਸੀਜਨ, ਉਹ ਆਕਸੀਜਨ ਫਿਰ ਉਸ ਖੂਨ ਦੇ ਵਿੱਚ ਮਿਲਾਉਂਦੇ, ਕਿਉਂਕਿ ਬੰਦ ਨਾਲੀ ਵਿੱਚ ਤਾਂ ਨਹੀਂ ਮਿਲ ਸਕਦਾ ਨਾ। ਆਪਾਂ ਸੋਚ ਨਹੀਂ ਸਕਦੇ ਕਿ ਆਪਣੇ ਅੰਦਰ ਕੀ ਚੀਜ਼ ਔਰ ਕਿਹੋ ਜਿਹਾ ਸਿਸਟਮ। ਬਹੁਤ ਬਰੀਕ ਬਰੀਕ ਛੇਕ ਖੂਨ ਦੀਆਂ ਨਾਲੀਆਂ। ਜਦੋਂ ਸਿਰਫ ਉਦੋਂ ਜਦੋਂ ਆਪਾਂ ਸਵਾਸ ਲੈਂਦੇ ਹਾਂ, ਉਦੋਂ ਪਰਮਾਤਮਾ ਨਾਲੀਆਂ ਦੇ ਵਿਚਲਾ ਖੂਨ ਉਹਨਾਂ ਛੇਕਾਂ ਰਾਹੀਂ ਨਾਲੀਆਂ ਦੇ ਚਾਰ ਚੁਫੇਰੇ ਬਾਹਰ ਲੈ ਆਉਂਦੇ, ਔਰ ਅੰਦਰ ਗਈ ਆਕਸੀਜਨ ਉਸ ਖੂਨ ਦੇ ਵਿੱਚ ਮਿਲਾਉਂਦੇ। ਤੇ ਫਿਰ ਇਹ ਆਕਸੀਜਨ ਉਸ ਖੂਨ ਨੂੰ ਪਿਉਰੀਫਾਈ, ਸਾਫ਼ ਕਰਦੀ। ਤੇ ਜੋ ਖੂਨ ਦੇ ਵਿੱਚ ਅਸ਼ੁੱਧੀਆਂ ਹੁੰਦੀਆਂ, ਇੰਪਿਉਰਿਟੀਜ਼, ਉਹਨੂੰ ਬਾਹਰ ਲਿਆ ਕੇ ਉਹ ਆਕਸੀਜਨ, ਜਦੋਂ ਆਪਾਂ ਬਾਹਰ ਸਾਹ ਲਿਆਉਂਦੇ ਹਾਂ, ਤੇ ਜਿਹੜੀ ਖੂਨ ਦੇ ਵਿੱਚ ਜਿਹੜੀਆਂ ਇੰਪਿਉਰਿਟੀਜ਼ ਸਨ, ਉਹ ਬਾਹਰ ਆਉਂਦੇ ਸਵਾਸ ਵਿੱਚ ਪਰਮਾਤਮਾ ਬਾਹਰ ਕੱਢ ਦਿੰਦੇ। ਤੇ ਕੈਂਸਰ ਹੋਣ ਦਾ ਔਰ ਸਾਰੀਆਂ ਬਿਮਾਰੀਆਂ ਦਾ ਹੀ ਇੱਕ ਦੋ ਚੀਜ਼ਾਂ ਹਨ। ਉਹਨਾਂ ਵਿੱਚੋਂ ਇੱਕ ਹੈ ਸਾਹ ਲੈਣਾ। ਕੈਂਸਰ ਹੁੰਦੀ ਹੈ, ਇੱਕ ਲੰਪ ਜਿਹਾ ਬਣ ਜਾਂਦਾ ਕਿਸੇ ਜਗ੍ਹਾ ਤੇ, ਇੱਕ ਸਖਤ ਜਿਹੀ ਚੀਜ਼, ਰੋੜਾ ਜਿਹਾ, ਜਿਸ ਤਰ੍ਹਾਂ ਗਿਲਟੀ ਬਣ ਜਾਂਦੀ। ਉਹ ਗਿਲਟੀ ਹੀ ਕੈਂਸਰ, ਗਿਲਟੀ ਨੂੰ ਹੀ ਕੈਂਸਰ ਆਖਦੇ ਹਨ। ਉਹ ਗਿਲਟੀ ਉਸ ਜਗ੍ਹਾ ਤੇ ਬਣਦੀ ਹੈ ਜਿੱਥੇ ਸਵਾਸ ਨਾ ਜਾਵੇ, ਆਕਸੀਜਨ ਨਾ ਜਾਵੇ, ਉੱਥੇ ਉਹ ਖੂਨ ਦਾ ਦੌਰਾ ਠੀਕ ਨਹੀਂ ਹੁੰਦਾ, ਤੇ ਉੱਥੇ ਹੌਲੀ ਹੌਲੀ ਸਮਾਂ ਪਾ ਕੇ ਗਿਲਟੀ ਬਣ ਜਾਂਦੀ, ਔਰ ਉਹ ਗਿਲਟੀ ਕੈਂਸਰ, ਹਰ ਤਰ੍ਹਾਂ ਦੀ ਕੈਂਸਰ। ਉਹਦਾ ਕਾਰਨ ਇੱਕੋ ਹੀ ਕਿ ਉੱਥੇ ਆਕਸੀਜਨ ਨਹੀਂ ਜਾ ਰਹੀ, ਸਾਹ ਨਹੀਂ ਆਪਾਂ ਠੀਕ ਲੈ ਰਹੇ। ਜੋ ਮਹਾਰਾਜ ਜੀ ਗੁਰਬਾਣੀ ਵਿੱਚ ਕਹਿੰਦੇ, ਸਾਸ ਸਾਸ ਸਿਮਰੋ ਗੋਬਿੰਦ, ਫਿਰ ਬਾਅਦ ਵਿੱਚ ਦੱਸਦੇ ਕਿ ਜਦੋਂ ਸਵਾਸਾਂ, ਉਹ ਕਹਿੰਦੀ ਕਿ ਸਵਾਸ ਪਰਮਾਤਮਾ ਆਪਣੇ ਲੈ ਰਿਹਾ ਅੰਦਰ, ਤੇ ਜਦੋਂ ਇਸ ਚੀਜ਼ ਦਾ ਅਹਿਸਾਸ ਨਾਲ ਸਵਾਸ ਲਈਏ, ਬਹੁਤ ਛੋਟੀ ਜਿਹੀ ਗੱਲ ਹੈ ਪਰ ਬਹੁਤ ਬਰੀਕ ਔਰ ਔਖੀ ਕਰਨੀ। ਜੇ ਆਪਾਂ ਉਸ ਤਰ੍ਹਾਂ ਸਾਹ ਲਈ ਜਾਂਦੇ ਹਾਂ, ਪਰਮਾਤਮਾ ਲਈ ਜਾਂਦਾ, ਆਪਾਂ ਨੂੰ ਕੁਛ ਪਤਾ ਨਹੀਂ, ਆਪਾਂ ਜਿਸ ਤਰ੍ਹਾਂ ਬਿਜ਼ੀ ਰਹਿੰਦੇ ਹਾਂ, ਉਹ ਸਵਾਸ ਹੈ। ਤੇ ਜੇ ਆਪਾਂ ਜਾਗ ਕੇ ਮਹਿਸੂਸ ਕਰੀਏ ਕਿ ਮੇਰੇ ਸਵਾਸ ਪਰਮਾਤਮਾ ਲੈ ਰਿਹਾ, ਤੇ ਪਰਮਾਤਮਾ ਇਹਨਾਂ ਦੇ ਵਿੱਚ ਹੈ,
एक सेकंड विच कहानी बदल जाती। परमात्मा आ गया अंदर। परमात्मा अंदर वैसे भी जा रहा सी, पर क्योंकि आपां नहीं सा चेतन उहदे बारे, इसलिए वो परमात्मा की ताकत काम नहीं करती। उहदे कोलों काम कराउण लई उहनूं बेनती करनी पैंदी कि महाराज जी मेरे श्वास ठीक तरीके नाल, आपां गड़बड़ करदे हां। मात पिता सुत बंधपो, तू मेरे प्राण आधार। अपने प्राणां नूं परमात्मा चलाउंदा, अपने श्वास दे विच परमात्मा, वो ऑक्सीजन सब कुछ हो परमात्मा ही उस खून नूं बाहर कढ के नालियां विचों परमात्मा ही उन्हें साफ करदा। परमात्मा ही फिर साफ करके ते फिर उन्हां नालियां दे विच अंदर लै जांदे तो खून दौरा करदा। दौरा करनों नहीं हटदा, दौरा करदा करदा ही नालियां दे विच बाहर आ जांदा ते अंदर चले जांदा। और वो गिल्टी उस जगह ते बनदी जिथे श्वास नहीं ठीक जा रहा। ब्रैसट कैंसर, ओवरीज, पेट विच किन्ने तरह दे, प्रोस्टेट कैंसर, हर तरह की इको एक उदा कारण है जी। ते सब तो ज़्यादा ये चीज़ कैंसर जिहड़ी वो पश्चिमी मुल्कां विच, क्योंकि पश्चिमी मुल्कां विच इन्नी स्ट्रैस होने करके उत्थे कोई किसी दे लागे नहीं आउंदा, ना कोई आउण दिंदा। आपां भी हौली हौली उस तरह दे ना हो जाइए। कोई किसी नाल दिल दी गल नहीं करदा। गल करनी तो एक पासे इन्नी सांभ के रखिया जांदा दिल नूं कि किते भुल भुलेखे भी ना गल हो जाए। ये ना होवे कि मैं रिलैक्स हो जावां ते मेरे कोलों अंदर दी गल बाहर आ जाए। उस हालत विच की हुंदा कि अपना जिहड़ा श्वास है वो छाती विच आउंदा ते छाती विचों ही बाहर चले जाता। जदों भी अपने अंदर तनाव हुंदा जां क्रोध आउंदा, उदों कदी देखना जी श्वास छाती विचों देखना। जिस आदमी नूं गुस्सा होगा वो जल्दी जल्दी साह लऊगा। क्यों? क्योंकि उहदा साह थल्ले जा नहीं रहा, वो छाती विच ही साह लैके जल्दी ना बाहर, फिर साह लैके जल्दी ना बाहर। और इसी तरह ही तनाव, स्ट्रैस जिन्हों कहते, किसी ना गल कर लो, इत्थे भी मातावां आउणगियां तो कहंदे बाबा जी मेरा मुंडा टेंशन लै गया टेंशन लै गया। वो बेचारियां नूं हाँ जी सुनी गल। साडा मतलब कि ये बीमारी इन्नी गूढ़ी है, उत्थे आपां रिलैक्स नहीं हुंदे, टेंस रहिंदे हां। श्वास सिर्फ छाती विच ही आउंदा जांदा, थल्ले बहुत घट। और उहदा कारण वो सारियां गिल्टियां बनदियां, उहदा वही कैंसर। ते उहदा करके ही दिल दे दौरे दो तरीकियां दा करके पैंदे। एक ते गलत खा के और नाड़ियां ब्लॉक कर लैनियां, बाहर दा खाना
गार्बेज, हैमबर्गर, पिज़्ज़ा कदी कदी ठीक है। वो गार्बेज खाना खा के एक वो ब्लॉक कर लेनी है, दूसरा टेंशन। टेंशन क्यों? श्वास ठीक नहीं चल रहे। सो भावें वो दिल का दौरा, भावें वो कैंसर, जे अपना श्वास ठीक चल रहा जी तो आपां तंदुरुस्त रह सकते हैं। आपां कुदरती तरीके नाल, कुदरत ने जो कानून बनाया है वो बनाया कि श्वास तुर हेठां तक जान, तुर हेठां तक, प्यूबिक बोन तो भी हेठां, फिर सारे शरीर नूं ऑक्सीजन मिलती। तो जे खुराक ठीक होवे, श्वास आपां ठीक रखिए, तो सिर विचली सोच माड़ी ना होवे, बाणी नाल जुड़े रहिए। जिंदगी एहो जी एक अहम तोहफा जिन्हों आपां अजे माणिया नहीं कदी, आपां जाणिया भी नहीं। मानना ते परा है, जाणिया भी नहीं। ते आपां अगले दिन जिन्ना चिर तुसीं इत्थे हो, जे तुसीं चाहो तो आपां एक आदत बनाउणी ठीक श्वास लैन दी। वो बहुत मुश्किल नाल बननी है आदत, बहुत मुश्किल नाल। जिस तरह कुदरत चाहती है श्वास, श्वास कुदरत लेंदी है। परमात्मा, कुदरत का मतलब है कि वो ताकत दे अनुसार चल रही। कुदरत की हर एक चीज परमात्मा दे हुक्म में चल रही। उदा हुक्म है कि श्वास डूंगा जावे, पर आपां उहदे हुक्म दे विच खलो जांदे। उहदा हुक्म है खुराक सादी होवे, आपां उहदे हुक्म नहीं मनदे। तो उस करके सारे दुख पाउंदे। हुक्म, हुक्म मननी है। हुक्म मनन का सिर्फ यही मतलब नहीं हुंदा जी कि जो घटनावां घटदियां उन्हां नूं प्रवान करना, नहीं। हुक्म है कि शरीर नूं वरतना किस तरह। ये नेत्रो मेरे, अखां नूं किस तरह वरतना, कन्नां नूं किस तरह वरतना, साह नूं किस तरह वरतना, हत्थां पैरां नूं किस तरह वरतना। कानून उन्हां बनाए। ते आपां एक चीज ऐतकी जरूर लैके जानी जी, असीं चाहुंदे हां कि ठीक श्वास लैन दी समझ आपां नूं आ जाए, तो फिर हौली हौली वो आदत बननी है। उहदे वास्ते कदी भी देखना जी कि जिन्ने ज्यादा आपां टेंस होवांगे उन्ना ही अपना छाती विचों श्वास आउणगे। जां आपां जदों डर होवे आपां नूं कि कुछ इस तरह दा ना हो जाए, डर होवे, क्रोध होवे, ते श्वास थल्ले जा नहीं सकता। ते जिंदगी विच इन्ने ज्यादा डर ते पैर पैर ते क्रोध आउंदा, इसलिए आपां कुदरती तौर ते जीना ही भुल गए। आपां पिंडां च रहिंदे रहे, खेतां दियां ताजा सब्जियां, दुध छकदे रहे।
ਆਪਾਂ ਨੂੰ ਉਦੋਂ ਨਹੀਂ ਪਤਾ ਸੀ ਇਹ ਕਿਹੋ ਜਿਹੀਆਂ ਨਿਆਮਤਾਂ, ਇਹ ਕਿਹੋ ਜਿਹੀਆਂ ਨਿਆਮਤਾਂ। ਉਹ ਤਰੀਕਾ ਹੈ ਕੁਦਰਤੀ ਤਰੀਕਾ ਜੀਣ ਦਾ, ਛਕਣ ਦਾ। ਹੁਣ ਆਪਾਂ ਪ੍ਰੈਕਟਿਸ ਰੋਜ਼ ਕਰਿਆ ਕਰਾਂਗੇ। ਇੱਕ ਦੂਸਰੇ ਤੋਂ ਦੂਰ ਬੈਠ, ਸਾਰਾ ਹਾਲ ਹੀ ਆਪਾਂ ਵਰਤਣਾ ਜੀ। ਇੱਧਰ ਅੱਗੇ ਬਾਹਰਲੀਆਂ ਦੀਵਾਰਾਂ ਤੱਕ ਤੇ ਆਪਾਂ ਲੰਮੇ ਪੈਣਾ ਹੈ। ਸਾਡੇ ਵੱਲ ਸੀਸ ਕਰਕੇ ਤੇ ਉੱਧਰ ਪੱਛਮ ਵੱਲ ਪੈਰ ਕਰਕੇ ਆਪਾਂ ਸਾਰਿਆਂ ਲੰਮੇ ਪੈਣਾ। ਉੱਠ ਕੇ ਸਾਰੀ ਜਗ੍ਹਾ ਬਣਾ ਲਓ ਜੀ ਆਪੋ ਆਪਣੀ। ਇੱਧਰ ਸਾਈਡਾਂ ਤੇ ਜਗ੍ਹਾ। ਹਾਂਜੀ, ਸਾਰੇ ਜਣੇ ਜੀ ਮਹਿਤਪੁਰ ਵੱਲ ਸੀਸ ਕਰਕੇ ਤੇ ਉੱਧਰ ਨੂੰ ਪੈਰ ਕਰਕੇ ਲੰਮੇ ਪੈਣਾ। ਇੱਧਰ ਹੋਰ ਪਿੱਛੇ ਜਗ੍ਹਾ ਹੈਗੀ ਜੀ ਬੀਬੇ ਦੇ, ਉੱਥੇ ਬੈਠੇ ਥੋੜੀ ਜਗ੍ਹਾ ਤੇ ਇੱਧਰ ਪਿੱਛੇ ਹੋਰ ਜਗ੍ਹਾ ਹੈਗੀ, ਸਟੇਜ ਦੇ ਪਿੱਛੇ ਵੀ। ਜੀ ਬੱਚਿਆਂ ਨੂੰ ਜੇ ਪਲੀਜ਼, ਹਾਂਜੀ, ਸਿੱਧੇ ਲੱਤਾਂ ਪੂਰੀਆਂ ਪਸਾਰਨੀਆਂ ਜੀ, ਤੇ ਥੋੜੇ ਖੁੱਲੇ ਹੋ ਜਾਓ ਬੇਟੇ ਸਾਰੇ, ਥੋੜੇ ਥੋੜੇ ਹੋਰ ਖੁੱਲੇ ਹੋ ਜਾਓ। ਸਨੀ ਪਿੱਛੇ, ਸਨੀ ਪਿੱਛੇ ਹੋ। ਹਾਂਜੀ, ਹਾਂਜੀ, ਰਿਲੈਕਸ ਹੋਣਾ ਜੀ ਪੂਰੇ। ਮਹਿਸੂਸ ਕਰਨਾ ਕਿ ਆਪਾਂ ਪਿੱਠ ਦੇ ਭਾਰ ਲੰਮੇ ਪਏ ਹਾਂ। Please feel that we are lying down on our backs. गर्दन, मोढे रिलैक्स, सुरती pubic bone. Let us please look at the pubic bone with full concentration. ਇੱਕ ਹੱਥ ਛਾਤੀ ਤੇ ਰੱਖਣਾ ਜੀ, ਛਾਤੀ ਦੇ ਵਿਚਕਾਰ, ਔਰ ਮਹਿਸੂਸ ਹੋਵੇ ਉੱਥੇ ਹੱਥ ਰੱਖਿਆ ਹੋਇਆ। ਦੂਸਰਾ ਹੱਥ ਜਿੱਥੇ ਆਪਣਾ ਬੱਬਰ, ਕੀ ਕਹਿੰਦੇ ਨੇ ਜੀ, ਫਰੇਮ ਨੂੰ ਕੀ ਕਹਿੰਦੇ ਨੇ ਸਿੰਘ ਜੀ? ਹਾਂਜੀ, ਡਾਇਆਫਰਾਮ, ਜਿਹੜਾ ਆਪਣਾ ਹੱਡੀਆਂ ਦਾ ਪਿੰਜਰ। ਹਾਂਜੀ ਜੀ, ਹਾਂਜੀ,
ਜਿੱਥੇ ਰਿਬ ਕੇਸ ਖਤਮ ਹੁੰਦਾ ਉੱਥੇ ਵੀਜ ਹੀ ਬਣਦੀ, ਵੀਜ ਹੀ। ਟੋ ਕੇ ਦੇਖਣਾ ਜੀ। ਜਿੱਥੇ ਆਪਣਾ ਪਸਲੀਆਂ ਖਤਮ ਹੁੰਦੀਆਂ ਉੱਥੇ ਵੀਜ ਹੀ ਬਣਦੀ, ਵੀ ਨਹੀਂ ਥੋੜਾ, ਹਾਂਜੀ ਸਟਰਨਲ ਤੇ ਜੀ ਸਾਨੂੰ ਪਤਾ ਉਹ ਤੁਹਾਡੀ ਬੋਲੀ ਹੈ। ਇਹ ਡਾਕਟਰ ਸਾਹਿਬ ਸਨ ਜੀ ਜਦੋਂ ਜਿਸ, ਹਾਂਜੀ ਬਸ ਸਮਝ ਗਏ ਸਾਰੇ। ਹਾਂਜੀ ਹੱਸਣਾ ਹੈ ਜੀ, ਹੱਸਣਾ। ਆਪਾਂ ਜ਼ਿੰਦਗੀ ਜੀਣਾ ਹੀ ਭੁੱਲ ਗਏ। ਕੀ ਹੋਇਆ ਆਪਣੇ ਨਾਲ, ਦੁਨੀਆ ਨੇ ਕੀ ਕੀਤਾ। ਮਹਾਰਾਜ ਜੀ ਕਹਿੰਦੇ ਉੱਥੇ ਧਿਆਨ ਰੱਖਣਾ ਜੀ, ਪਿਊਬਿਕ ਬੋਨ ਤੇ। ਹੱਥ ਇੱਕ ਛਾਤੀ ਦੇ ਵਿਚਕਾਰ ਤੇ ਮਹਿਸੂਸ ਕਰਨਾ ਹੱਥ ਦਾ ਭਾਰ। ਦੂਸਰਾ ਜਿੱਥੋਂ ਪੇਟ ਸ਼ੁਰੂ ਹੁੰਦਾ, ਤੇ ਸਵਾਸਾਂ ਨੂੰ ਆਪਾਂ ਲੈ ਕੇ ਜਾਣਾ ਪਿਊਬਿਕ ਬੋਨ ਤੱਕ। ਤੇ ਦੇਖਣਾ ਕਿ ਜਦੋਂ ਆਪਣਾ ਸਵਾਸ ਪਿਊਬਿਕ ਬੋਨ ਤੱਕ ਜਾਊਗਾ ਤੇ ਆਪਣੀ ਛਾਤੀ ਨਹੀਂ ਹਿੱਲੂ, ਪੇਟ ਉੱਪਰ ਹੇਠਾਂ ਹੋਊ। ਆਪਾਂ ਕੀ ਕਰਦੇ ਹਾਂ ਕਿ ਪੇਟ ਨੂੰ ਬਿਲਕੁਲ ਟਾਈਟ ਰੱਖਦੇ ਹਾਂ, ਉਹ ਟੈਂਸ਼ਨ ਹੋਣ ਕਰਕੇ। ਛਾਤੀ ਉੱਪਰ ਹੇਠਾਂ ਹੁੰਦੀ ਸਵਾਸ ਨਾਲ, ਜਦੋਂ ਕਿ ਪੇਟ ਉੱਪਰ ਹੇਠਾਂ ਹੋਣਾ ਚਾਹੀਦਾ ਸੀ। ਦੇਖਣਾ ਜੀ ਸਵਾਸ ਨੂੰ ਤੁਰ ਥੱਲੇ ਪਿਊਬਿਕ ਬੋਨ ਤੱਕ, ਉਸ ਤੋਂ ਵੀ ਹੇਠਾਂ ਜਾਣ ਦਿਓ ਤੇ ਮਹਿਸੂਸ ਕਰਨਾ। ਜਿਹੜਾ ਆਪਾਂ ਪੇਟ ਤੇ ਹੱਥ ਰੱਖਿਆ ਉਹ ਸਿਰਫ ਮਹਿਸੂਸ ਕਰਨ ਲਈ ਕਿ ਹਾਂ ਪੇਟ ਉੱਪਰ ਥੱਲੇ ਜਾਂਦਾ। The hand which we are putting on the chest is to notice that my chest is stationary. It is not moving up and down. And the second hand on the stomach to note that the breath, that my stomach is inflating and deflating. That's how it should be. जो कुदरती तरीका श्वास ਲੈਣ ਦਾ ਉਹ ਪੇਟ ਦਾ ਉੱਪਰ ਹੇਠਾਂ ਹੋਣਾ ਮਹਿਸੂਸ ਕਰਨਾ ਜੀ। मात पिता सुत बंधपो, तू मेरे प्राण आधार। जो ਆਪਾਂ ਦੇਖ ਰਹੇ ਹਾਂ ਜੀ ਸਵਾਸ ਹੇਠਾਂ ਤੱਕ ਜਾਂਦੇ ਤੇ ਫਿਰ ਉੱਪਰ ਆਉਂਦੇ। ਹੁਣ ਆਪਣੇ ਸਾਰੇ ਬਲੱਡ ਵਿੱਚ, ਸਾਰੇ ਖੂਨ ਦੇ ਦੌਰੇ ਵਿੱਚ ਆਕਸੀਜਨ ਨੂੰ ਮਿਲ ਰਹੀ, ਹਰ ਇੱਕ ਪਾਰਟ। ਮਾਤ ਪਿਤਾ ਸੁਤ ਬੰਧਪੋ, ਤੂੰ ਮੇਰੇ ਪ੍ਰਾਣ ਆਧਾਰ। ਤੂੰ ਮੇਰਾ ਮਾਂ ਪਿਓ ਭੈਣ ਭਰਾ ਧੀਆਂ ਪੁੱਤ ਗੂੜਾ ਦੋਸਤ, ਮੇਰੇ ਸਵਾਸਾਂ ਨੂੰ ਚਲਾਉਣ ਵਾਲਾ ਪ੍ਰਾਣ। ਮਾਤ ਪਿਤਾ ਸੁੱਤ ਧੀਆਂ ਪੁੱਤ ਬੰਧਪੋ ਗੂੜਾ ਦੋਸਤ। ਗੂੜਾ ਦੋਸਤ ਕਿਹੋ ਜਿਹਾ ਗੂੜਾ ਦੋਸਤ? ਆਪਾਂ ਨੂੰ ਕੁਛ ਪਤਾ ਨਹੀਂ। ਉਹ ਸਵਾਸ
किस तरह लेंदे सवासां नाल की करदे अंदर। मात पिता सुत बंधपो तू मेरा प्राण आधार। साध संग नानक भजै बिख तरिया संसार। बिख महाराज जी कहते संसार आपां नूं गैर कुदरती, संसार आपां नूं गैर कुदरती तरीके नाल जीना सिखाउंदा है। महाराज जी say the world teaches us unnatural way of living, unnatural way of living. ते महाराज जी साध संग नानक भजे कहते संगत विच जाके ते सिमरन करना। ये सिमरन कर रहे हैं आप, सिमरन। बिख तरिया संसार कहते फिर संसार तो ऊपर ऊपर रहीदा। संसार अपन अपने ते गलत असर नहीं कर सकता। ध्यान रखना जी, ध्यान नाल देखना श्वास। बहुत डर है जी नींद आ जाएगी। क्यों? क्योंकि कुदरती तरीके नाल आपां लम्मे पे हैं, कुदरती तरीके नाल श्वास आ रहा है ते रिलैक्स हो गए, रिलैक्स हो गया तो नींद ने आ जाना। सो नाम दे नाल रहना। जी महसूस कर सकते पेट ऊपर थले जाता। होर ध्यान नाल ये खुद आपां जदों तुरदे फिरदे गलबात करदे जींदे उदों नहीं इस तरह हुंदा जी, बिल्कुल नहीं हुंदा। ये सीखना महसूस करना पहला, फिर आपां दिन विच इहदी प्रैक्टिस करिया करनी। वो जो प्यूबिक बोन ते ध्यान रख के आप सिमरन करते रहे, यो ही सिमरन है पर उस तो भी ज्यादा पावरफुल है। पूरा ऊपर नूं आउण देना जी, पेट पूरा आपने ऊपर हेठा होना, परमात्मा ने करना है, आप सिर्फ देखना है। प्लीज लेट द belly मूव नेचुरली upward and inward. And we must not interfere. ये परमात्मा दा काम है, आपां विच दखल नहीं देना।
महाराज जी दिखा देंगे जदों आप दखल देंगे। बहुत बीबे जी देखना जी, जिंदगी आ जिंदगी है जिथे मिलियंस ऑफ डॉलर बनाने का फिक्र नहीं, आ जिंदगी है। आपां मुड़ के सीखना है जिंदगी जी। पूरा हुण उत्थे सुरती रखनी जी प्यूबिक बोन ते उत्थे रह के आपां श्वास लेने, क्योंकि कुदरती तरीका सीखण वास्ते पहला आपां नूं खुद करना पैना इदां ते फिर अपने आप हो जाना। प्यूबिक बोन ते ध्यान रख के जी ते श्वास उत्थे रह के ऊपर महसूस करना कि आपां श्वास उत्थों लै रहे हाँ, नक विचों नहीं। बिल्कुल उत्थों श्वास लवांगे जे आपां उत्थे ध्यान रख के, जे आपां उत्थे ध्यान रख के ते सुरती नाल कि मैं इत्थों श्वास लै रहा ते बिल्कुल उत्थों श्वास परमात्मा अपने लैणगे। इस चीज नूं लभना जी, देखना। उत्थे रह के श्वास लेना, उत्थे उत्थे रह के पेट नूं भरना और फिर छड़ देना। While staying at the pubic bone, please fill your tummy with pran and then let it go. उन्हें रोकना नहीं है जी, श्वास रोकना नहीं। कर सकते जी, जिहड़े नहीं कर सकते फिर करना जी। उत्थे ध्यान रख के जिस तरह आपां 1 मिनट नक ते आउणा जी, नक विचों श्वास लैणे ते फिर नक ते रह के उत्थों श्वास बाहर कढ़ना, थल्ले नहीं ध्यान जान देना। नक ते ध्यान रख के श्वास लेना ते इत्थे ध्यान रख के श्वास बाहर कढ़ने। हुण प्यूबिक बोन ते ध्यान रख के श्वास लेने, सुरती विच याद रखना जी परमात्मा। बहुत पावरफुल सिमरन है, जिन्हां नूं
ਬੈਠਣ ਦੀ ਪ੍ਰੋਬਲਮ ਉਹਨਾਂ ਵਾਸਤੇ ਤਾਂ ਹੈ ਹੀ, ਬਾਕੀ ਹੁਣ ਜਿਸ ਤਰ੍ਹਾਂ ਆਪਾਂ ਨੱਕ ਵਿੱਚੋਂ ਸਵਾਸ ਲੈਂਦੇ ਤੇ ਬਾਹਰ ਕੱਢਦੇ, ਬਿਲਕੁਲ ਹੁਣ ਉੱਥੋਂ ਪਿਊਬਿਕ ਬੋਨ ਤੇ ਰਹਿ ਕੇ ਉੱਥੋਂ ਹੀ ਸਵਾਸ ਲੈਣਾ। ਮਹਿਸੂਸ ਕਰਨਾ ਕਿ ਉੱਥੋਂ ਹੀ ਸਵਾਸ ਲੈ ਰਹੇ ਹਾਂ ਤੇ ਉੱਥੋਂ ਹੀ ਬਾਹਰ ਕੱਢ ਰਹੇ। ਹੁੰਦਾ ਭਾਵੇਂ ਨੱਕ ਦੇ ਰਾਹੀਂ ਹੈ, ਪਰ ਸਵਾਸ ਉੱਥੋਂ ਤੱਕ ਜਾਂਦਾ ਤੁਰ ਹੇਠਾਂ ਤੱਕ, ਤੇ ਆਪਾਂ ਮੇਕ ਸ਼ੋਰ ਹੁੰਦਾ ਕਿ ਸਵਾਸ ਤੁਰ ਹੇਠਾਂ ਤੱਕ ਆਇਆ। ਮਹਿਸੂਸ ਹੀ ਕਰਨਾ ਕਿ ਉੱਥੋਂ ਸਵਾਸ ਲੈ ਰਹੇ। Please feel that we are breathing from that point in our body. वो बहुत ज्यादा डूंगी समाधि चला। रिलैक्स होना जी। महसूस करना कि जदों आपां रिलैक्स हुंदे हां ते अपने अंदरों जो काम क्रोध लोभ मोह बिल्कुल नहीं रहिंदा। आपां अपनी सुरती नाल सारी संगत दे दर्शन करिए ते सारिआं नाल प्यार जिहा होगा, सारे नाल प्यार जिहा हो, क्योंकि आप कुदरती जो उन्होंने बनाया सी वो तो हर एक नूं बहुत प्यार करता जिस तरह का। जे थल्ले थोड़ा पेट ते हथ रखना चाहते तो उत्थे रख के देख सकते कि किस तरह पेट ऊपर हेठा कुदरती हुंदा होना चाहिए। जे आपां हर एक नूं ही, पर अपने लिए तो बहुत ही जरूरी कि थल्ले सोना चाहिए। तो जे बैड ते सोना तो बैड इन्ना वो सख्त होनी चाहिए जी, मैट्रेस बहुत फर्म, पतली ते फर्म। जिहड़ियां तुहाडे उन्हां मुल्कां विच जी वो बहुत ही नरम, वो सारियां ਉਹਦੇ ਨਾਲ खून का दौरा चल ही नहीं सकता ठीक। शरीर की जिहड़ी शेप है वो ही बदल जाती लंबे बहुत। बहुत जरूरी जी कि आपां जिंदगी नवें सिरों सीखना है। सब कुछ थल्ले सोना चाहिए
एक तो श्वास अपने आप कुदरती तरीके नाल चलदे ज़्यादा रेस्टफुल हुंदा, नींद बहुत सोहनी आउंदी। एक आपां सौंदे सौंदे सिमरन करदे करदे सौ सराहना भी ना बहुता मोटा होवे जी ना पतला, जिहड़ा कि गर्दन नूं थोड़ा जिहा चुक के रखे, ज़्यादा नहीं। उठ के बैठना जी आपां सारे। सीधे बैठना, प्यूबिक बोन ते ध्यान रखना। Focus at the pubic bone, please. उत्थे ध्यान रख के श्वास लेने। सुरती च याद परमात्मा नूं। नाले जी महसूस करना पेट अगे पिछे, टाइट नहीं रखना मसल्स नूं प्लीज। महसूस करना जी ज्यों ज्यों अपने श्वास कुदरती तरीके नाल चलदे त्यों त्यों आपां शांत शांत। और इस शांति दी की कीमत, की कीमत। आम करके सुनते हैं किसी दी मौत हो जाती तो कहते जी वो शांत हो गया। वो शांत होना नहीं है जी, आ शांत होना। सारी उम्र जलते रहे तपते रहे तो उदों शांत हो गया, वो कोई शांति तो नहीं। जोगी श्वास उपर नूं चढ़ाउंदे, महाराज जी आपां नूं दूजे पासे तोड़ दे।
ਉਹਨਾਂ ਨੂੰ ਯਾਦ, ਉਹਨਾਂ ਦੀ ਯਾਦ ਨੇ ਤੇ ਕੁਦਰਤੀ ਤਰੀਕੇ ਨਾਲ ਰਹਿਣਾ। ਇੱਥੇ ਸਿਰਫ ਜ਼ਿੰਦਗੀ ਜੀਣ ਦਾ ਤਰੀਕਾ ਹੈ, ਕੋਈ ਇਹ ਨਹੀਂ ਹੈ ਕਿ ਆਪਣੇ ਕੋਲ ਚੋਇਸ ਹੈ। ਜੇ ਕੋਈ ਬੱਚਾ ਆਪਣਾ ਕਹਿੰਦਾ ਜੀ ਮੈਂ ਨਹੀਂ ਉਸ ਪਾਸੇ ਲੱਗਣਾ, ਪਾਸਾ ਇੱਕੋ ਹੀ ਹੈ, ਪਾਸਾ ਇੱਕੋ ਹੀ। ਤੇ ਇੱਕ ਆਪਾਂ ਜ਼ਰੂਰ ਸੰਗਤਾਂ ਨੇ ਅੱਜ ਵੀ ਕੁਛ ਚਲੇ ਜਾਣਾ, ਤੇ ਜੀ ਬਹੁਤ ਜ਼ਰੂਰੀ ਕਿ ਸਰੀਰ ਦੀ ਕਦਰ ਕਰਨੀ। ਜਿਹੜਾ ਸਰੀਰ ਦੀ ਕਦਰ ਨਹੀਂ ਕਰਦਾ ਉਹਨੂੰ ਹੀ ਬਿਮਾਰੀਆਂ ਲੱਗਦੀਆਂ। ਔਰ ਕਿਉਂ ਲੱਗਦੀਆਂ? ਕਿਉਂਕਿ ਕੁਦਰਤ ਦੀ ਕਦਰ ਨਹੀਂ ਪਾਉਂਦਾ, ਕਾਦਰ ਦੀ ਕਦਰ ਨਹੀਂ ਕਰਦਾ, ਬੇਕਦਰਾ। ਜਿਹੜਾ ਵੀ ਕੋਈ ਸਰੀਰ ਲਈ ਬੇਕਦਰਾ ਹੋਇਆ, ਸਰੀਰ ਦੇ ਵਿੱਚ ਗਲਤ ਉਹ ਗਾਰਬੇਜ ਫੂਡ ਪਾਉਣੀ, ਐਵੇਂ ਉਹ ਸਰੀਰ ਦੀ ਬੇਕਦਰੀ ਕਰਦੀ। Please, we must understand that when we put wrong things inside our body, we disrespect our body. We disrespect God. इस शरीर की बेइज्जती करते हैं। तो बेइज्जती कोई भी नहीं लाइक करता। ये मंदिर है। आज जिन्ना चले जाना ये कोशिश करनी, पीज़ा बर्गर कदी खान नूं जी करे घरां विच बनाउणा, जो आपां आप बना सकते हाँ। उत्थे तो जी तुहाडे सारे सब सब्जियां फल ठीक मिलते, इत्थे तो पता नहीं की कुछ सब्जियां फलां विच होना। आप घर विच बना के जो ਉਹਦੇ ਨਾਲ ਸੈਟਿਸਫੈਕਸ਼ਨ ਹੁੰਦੀ ਤੇ ਨਾਲੇ ਸਰੀਰ ਦੀ ਬੇਕਦਰੀ ਨਹੀਂ ਹੁੰਦੀ, ਬੇਕਦਰੀ ਨਹੀਂ। ਇਹਦੀ ਬੇਕਦਰੀ ਕਰੀਏ ਕੀ ਕਰਦਾ? ਭਾਰਾ ਹੋ ਜਾਂਦਾ, ਕਿਉਂਕਿ ਇਹਦੀ ਕਦਰ ਨਹੀਂ ਪਾਈ। ਸਾਨੂੰ ਪਤਾ ਕਿ ਬਲਜਿੰਦਰ ਸਿੰਘ ਜੀ ਗੁੱਸਾ ਨਹੀਂ ਕਰਨਗੇ, ਨਹੀਂ ਤੁਹਾਨੂੰ ਇਹ ਗੱਲ ਦੱਸਣ ਲੱਗੇ। ਹੋ ਜਾਂਦਾ ਹੈ ਆਪਣੇ ਸਾਰਿਆਂ ਕੋਲੋਂ ਹੋ ਜਾਂਦਾ। ਉਹ ਇੱਕ ਦੱਸਣ ਲੱਗੇ ਸਾਂ ਉਹਦਾ ਕਿ ਇਹਨਾਂ ਨੇ ਕਿਤੇ ਸੁਣਿਆ ਪਿਛਲੇ ਸਾਲ ਦੀ ਗੱਲ ਕਿ ਮਹਿਤਪੁਰ ਇੱਥੇ ਉਹ ਪੈਸੇ ਬਣਾਉਂਦੇ ਨਾ, ਲੱਭਦੇ ਰਹਿੰਦੇ ਤਰੀਕੇ। ਮਹਿਤਪੁਰ ਉਹਨਾਂ ਕੋਈ ਮਸ਼ੀਨ ਲਿਆਂਦੀ ਪਤਾ ਨਹੀਂ ਬਾਹਰੋਂ ਕਿੱਥੋਂ, ਤੋਂ ਦੱਸ ਦਿੰਦੀ ਕਿ ਤੁਹਾਡੀ ਇਸ ਵੇਲੇ ਉਹ ਟੈਸਟ ਲੈਂਦੇ ਨਬਜ਼ ਦਾ, ਹਾਰਟ ਦਾ, ਵੇਟ ਸਭ ਕੁਛ ਉਹ, ਤੇ ਫਿਰ ਉਹ ਮਸ਼ੀਨ ਦੱਸਦੀ ਕਿ ਤੁਹਾਡੀ ਇਸ ਵੇਲੇ ਬਾਇਓਲੋਜੀਕਲ ਏਜ ਇੰਨੀ ਆ, ਤੁਹਾਡੇ ਸਰੀਰ ਦੀ ਇੰਨੀ ਉਮਰ ਹੈ। ਬਲਜਿੰਦਰ ਸਿੰਘ ਨੇ ਟੈਸਟ ਕਰਾਇਆ ਤੇ ਉਮਰ ਤੋਂ ਉਹਦੀ 45 ਸਾਲ ਹੋਣੀ ਹੈ, ਮਸਾਂ ਘੱਟ ਹੀ ਹੋ। ਮਸ਼ੀਨ ਨੇ ਦੱਸਿਆ ਕਿ ਤੇਰੀ ਉਮਰ 74 ਸਾਲ ਹੈ। ਹੱਸਣ ਵਾਲੀ ਗੱਲ ਨਹੀਂ ਜੀ, ਆਪਾਂ ਟੈਸਟ ਕਰਾਵਾਂਗੇ ਆਪਾਂ ਵੀ ਹੈਰਾਨ ਹੋ ਜਾਵਾਂਗੇ। ਮਸ਼ੀਨ ਨੇ ਕਿਹਾ ਤੇਰੀ ਉਮਰ 74 ਸਾਲ ਹੈ। ਸਾਨੂੰ ਉਹਨਾਂ ਦੱਸਿਆ ਸੀ ਕਿ ਬੇਟੇ ਅੱਜ ਤੋਂ ਆਪਾਂ ਬਣਾਉਣਾ ਕਿ ਹਰ ਮਹੀਨੇ ਇੰਨਾ ਭਾਰ ਘਟਾਉਣਾ। ਉਹਨਾਂ 3-4 ਮਹੀਨੇ ਤੁਸੀਂ ਦੇਖਿਓ ਹੁਣ ਤੇ ਅੱਧਾ ਭਾਰ ਰਹਿ ਗਿਆ 3 ਮਹੀਨੇ ਵਿੱਚ।
ਤੇ ਹੁਣ ਸ਼ਾਇਦ ਉਹ ਮਸ਼ੀਨ ਦੱਸਦੀ ਕਿ 60 ਸਾਲ ਉਮਰ ਹੈ। ਇੰਨਾ ਜ਼ਿਆਦਾ ਸਰੀਰ ਜਿਹੜਾ ਹੈ ਸੈਂਸਿਟਿਵ ਹੈ। ਇੱਥੋਂ ਤੱਕ ਕਿ ਜੇ ਆਪਾਂ ਗਲਤ ਕੋਈ ਚੀਜ਼ ਜਿਹੜੀ ਸਰੀਰ ਲਈ ਨਹੀਂ ਚੰਗੀ, ਉਹਨੂੰ ਖਾਣ ਬਾਰੇ ਵੀ ਸੋਚ ਲਿਆ ਤੇ ਸਰੀਰ ਤੇ ਅਸਰ ਹੁੰਦਾ। ਕੈਨ ਵੀ ਇਮੈਜਿਨ ਦਿਸ? ਉਹ ਖਾਦੀ ਨਹੀਂ, ਸਿਰਫ ਸੋਚ ਹੀ ਲਿਆ। ਸਰੀਰ ਨੂੰ ਪਤਾ ਲੱਗ ਗਿਆ ਕਿ ਆਹ ਕੰਮ ਮੇਰੇ ਨਾਲ ਹੋਣ ਵਾਲਾ ਹੈ ਜਾਂ ਹੋ ਸਕਦਾ ਹੈ, ਕਿਉਂਕਿ ਸੁਰਤੀ ਸਾਰੇ ਸਰੀਰ ਵਿੱਚ ਹੈ। ਸਰੀਰ ਉੱਥੇ ਹੀ ਤੁਸੀਂ ਕਦੀ ਦੇਖਣਾ ਗਲਤ ਖਾਣ ਬਾਰੇ ਤੇ ਫਿਰ ਬੰਦਗੀ ਕਰਕੇ ਸਰੀਰ ਆਪਣਾ ਹੁੰਦਾ ਨਾ ਸੈਂਸਿਟਿਵ, ਤੇ ਗਲਤ ਖਾਣ ਬਾਰੇ ਸੋਚ ਕੇ ਤੇ ਫਿਰ ਅੰਦਰ ਨੂੰ ਦੇਖਣਾ, ਤੁਹਾਡਾ ਅੰਦਰ ਡਰਿਆ ਜਿਹਾ ਲੱਗੂ, ਡਰਿਆ ਜਿਹਾ। ਆਪਾਂ ਬਹੁਤ ਜਾਗਣਾ ਜੀ। ਸਿਮਰਨ ਤੇ ਇਹ ਕੋਈ ਆਪਸ਼ਨ ਨਹੀਂ ਹੈ, ਨਾ ਇਹ ਆਪਾਂ ਨੂੰ ਅੰਦਰ ਹੋਣਾ ਚਾਹੀਦਾ ਕਿ ਮੈਂ ਸਿਮਰਨ ਕਰਦਾ, ਫਲਾਣਾ ਨਹੀਂ ਕਰਦਾ ਤੇ ਮੈਂ ਉੱਚਾ। ਬਿਲਕੁਲ ਆਪਾਂ ਦੇਖ ਸਕਦੇ ਇੱਥੇ ਕੋਈ ਉੱਚਾ ਨਹੀਂ ਉੱਚਾ ਹੈ। ਜਦੋਂ ਆਪਾਂ ਇਸ ਰਸਤੇ ਤੇ ਤੁਰਨ ਲੱਗਾਂਗੇ, ਆਪਾਂ ਸਾਲਾਂ ਬੱਧੀ ਤੁਰ ਕੇ ਵੀ ਇੰਨੀ ਗੱਲ ਨਹੀਂ ਸਮਝ ਲੱਗੂ ਕਿ ਮੈਨੂੰ ਕੁਛ ਨਹੀਂ ਪਤਾ ਸੀ, ਮੈਨੂੰ ਕੁਛ ਨਹੀਂ ਪਤਾ ਸੀ, ਅੱਜ ਵੀ ਨਹੀਂ ਪਤਾ, ਕੱਲ ਨੂੰ ਹੋਰ ਨਵਾਂ ਪਤਾ ਲੱਗਣਾ। ਇਹਦਾ ਮਤਲਬ ਅੱਜ ਵੀ ਨਹੀਂ ਪਤਾ। ਕੁਛ ਪਤਾ ਲੱਗ ਹੀ ਨਹੀਂ ਸਕਦਾ ਜੀ ਉਹਦੀ ਕੁਦਰਤ। ਉਹਦੀ ਕੁਦਰਤ ਦਾ ਪਤਾ ਲੱਗ ਹੀ ਨਹੀਂ ਸਕਦਾ। ਤੇ ਆਪਾਂ ਇੱਕ ਪਰਨ ਕਰੀਏ ਜੀ। ਅਸੀਂ ਵੀ ਇੱਥੇ ਕਹਿੰਦੇ ਰਹਿੰਦੇ ਸੇਵਾਦਾਰਾਂ ਨੂੰ ਕਿ ਸਿਹਤ ਵਾਲੇ ਲੰਗਰ ਬਣਾਇਆ ਕਰੋ। ਮਿੱਠਾ ਬਣਾਉਣਾ ਤੇ ਗਜਰੇਲਾ ਬਣਾ ਲਿਆ ਜਾਂ ਕੁਛ, ਉਹਦੇ 'ਚ ਮਿੱਠਾ ਨਹੀਂ ਪਾਉਣਾ ਜਾਂ ਬਹੁਤ ਘੱਟ ਪਾਉਣਾ। ਜੇ ਪਾਉਣਾ ਤੇ ਸ਼ੱਕਰ ਤੇ ਗੁੜ। ਅਸੀਂ ਕੁੱਲੀ ਵਿੱਚ ਖੰਡ ਨਹੀਂ ਵਰਤਦੇ ਜੀ, ਸਿਰਫ ਸ਼ੱਕਰ ਤੇ ਗੁੜ। ਤੇ ਆਪਣੇ ਲਈ ਇਹ ਚੀਜ਼ਾਂ ਕਰਨੀਆਂ ਕਿੰਨੀਆਂ ਸੌਖੀਆਂ ਹਨ। ਖੰਡ ਬਹੁਤ ਹੀ ਮਾੜੀ ਹੈ, ਆਪਣੀਆਂ ਹੱਡੀਆਂ ਨੂੰ ਕਮਜ਼ੋਰ ਕਰਦੀ। ਤੁਸੀਂ ਦੇਖਣਾ ਜਿਹੜਾ ਵੀ ਕੋਈ ਜ਼ਿਆਦਾ ਖੰਡ ਖਾਂਦਾ ਹੋ, ਉਹਦੀਆਂ ਹੱਡੀਆਂ ਕਰਚ ਕਰਚ ਕਦੀ ਕਿਤੋਂ ਟੁੱਟ ਗਈ ਹੱਡੀ, ਕਿਤੇ ਕਿਤੋਂ ਟੁੱਟ। ਸਰੀਰ ਦੀ ਕਦਰ ਕਰਨੀ ਆਪਾਂ। ਬਹੁਤ ਬੀਬੇ ਸੀ ਜੀ, ਬੀਬਿਆਂ ਨੂੰ ਖਾਸ ਕਰਕੇ ਤੁਸੀਂ ਆਪ ਬਣਵਾਇਆ ਕਰੋ ਜੀ ਲੰਗਰ, ਦੱਸ ਕੇ ਆਪ ਵਿੱਚ ਮਦਦ ਕੀਤੀ। ਜੋ ਬਣਾਉਣਾ, ਬਹੁਤ ਸਿਹਤ ਵਾਲੀਆਂ ਚੀਜ਼ਾਂ ਮੰਗਵਾ ਕੇ ਉਹ ਬਣਾਉਣੀ, ਕੋਈ ਮਾੜੀ ਚੀਜ਼ ਨਹੀਂ ਖਾਣੀ। ਤੇ ਅੱਜ ਕਈ ਵਾਰ ਉੱਥੋਂ ਪਿਊਬਿਕ ਬੋਨ ਤੋਂ ਸਵਾਸ ਲੈਣ ਦੀ ਪ੍ਰੈਕਟਿਸ ਕਰਨੀ, ਤੇ ਸਾਰਾ ਦਿਨ ਘੜੀ ਮੁੜੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ। ਘੜੀ ਮੁੜੀ ਤੇ ਸਵਾਸ ਉੱਥੋਂ ਬਹੁਤ ਜਲਦੀ ਆਪਣਾ ਬਹੁਤ ਫਾਇਦਾ ਹੋ, ਔਰ ਖੁਰਾਕ ਬਹੁਤ ਠੀਕ ਛਕਣੀ ਆਪਾਂ। ਬਹੁਤ ਮਿਹਰਬਾਨੀ। ਜੇ ਚਾਹੁੰਦੇ ਤੇ ਆਪਾਂ ਰੋਜ਼ ਇੱਥੇ ਇਕੱਠੇ ਹੋ ਸਕਦੇ ਹਾਂ। ਚਾਹੁੰਦੇ ਤੁਸੀਂ? 11:30 ਠੀਕ ਕਿ 11? 11 ਵਾਲੇ ਹੱਥ ਖੜੇ ਕਰੋ ਜੀ। ਹੁਣ 11:30 11 ਵਾਲਿਆਂ ਦੀ ਪਾਰਟੀ ਵੱਡੀ।
ठीक है। तो जिन्ना हो सके जी प्लीज़ आप जदों छकना भी है कभी भी पेट भर के नहीं छकना, हमेशा जगह रखनी पेट विच। ते क्योंकि जदों पेट भर के छकते हाँ सारी दी सारी सुरती अपनी वो खाने नूं हजम करन विच लग जाती। आप सिमरन चाहदिया होया भी नहीं कर सकते। कभी देखना जी पूरा पेट भर के छक के फिर सिमरन करने की कोशिश करना हो ही नहीं सकू, क्योंकि वो सुरती जिन्हें ऊपर चढ़ना सी वो सारी उधर बिजी हो गई खाना पचाने में। थोड़ा थोड़ा आप अपने घर विच जरूरी नहीं आप 3 टाइम ही छकना, 5 टाइम छक लिए थोड़ा थोड़ा करके। तुसी आप बनाओ प्रोग्राम जिस तरह चाहते। यही तो साध संगत की ब्यूटी है, यही तो कट्ठिया रहन का कट्ठिया छकन का जो महाराज जी उन्होंने अपन किहो जी जिंदगी बख्शी। कट्ठिया छकना, कट्ठिया पकाना, बहुत मेहरबानी। जिन्होंने अज चले जाना जी तुहाडे विचों बहुते नहीं कुछ संगत कहंदियां कि असीं जाना है फलाने नूं मिलण, फलाने नूं। जे उन्होंने आप इत्थे बुला लीए अपनी बहुत वड्डी जिम्मेवारी अपने लिए भी ते संगत की प्रोटैक्शन लिए, संगत की प्रोटैक्शन लिए भी आप अपनी जिम्मेवारी कि आप बहुता बाहर ना जाइए, जदों जाइए तो मास्क ला के। इन्हां दिनां दा जे असीं ते तरसदे रहे इन्हां दिनां नूं आपां कदों इकट्ठे होवांगे, ते एवें नहीं गवाउने आपां। उत्थे प्यूबिक बोन ते रह के आपां ये सिमरन करना जी। सिमरो गोबिंद सास, समझना जी जदों सास कहना उदों प्यूबिक बोन तो ऊपर नूं सुरती चढ़ूगी। सास सास सिमरो गोबिंद, जदों सास सास कहना जी कुदरती होना है। सास सास आखांगे तो प्यूबिक बैन बोन तो लैके गले तक सुरती आऊगी। सिमरो गोबिंद कहना तो थल्ले नूं जाऊगी गोबिंद ते दद्दे ते उत्थे प्रैशर पऊगा ते अपने आप कुदरती तरीके नाल श्वास आउणगे कुदरती तरीके। बहुत बीबी पूरी एकाग्रता थे जे सानू दौड़ना पैंदा हुंदा कई बार, क्योंकि जो दिन का स्कैजूल हुंदा उहदे नाल चलण लई तुहाडे कोल टाइम होना हैगा। बहुती भज नठ नहीं करनी, सहज विच रहना, सहज विच तुरना, सहज श्वास श्वास कुदरती बनाने। बहुत मेहरबानी, बहुत बीबे जी। सांस सांस गले तो भी ऊपर जाऊगी। सिमरो गोबिंद, काली नहीं करनी। जिन्होंने अज इथों चले जाना जी वो संगत आ जाए दर्शन देन कुल्ली जी, तो बाकी आप बैठ सकते। बेटियां का अज कैंप है बेटे, सुनिया सी 2:30 तो कुछ
जिन्ना भी हो सके ਜਦੋਂ ਕੈਂਪ ਲਾਉਣਾ ਬੈਠੇ ਤੇ ਧੁੱਪ ਤੋਂ ਬਚਣਾ। ਧੁੱਪੇ ਆਪਣੀ ਸੁਰਤੀ ਇਕਾਗਰ ਮੁਸ਼ਕਿਲ ਨਾਲ ਹੁੰਦੀ। ਦਿਨੇ ਜੇ ਹੋ ਸਕੇ ਤੇ ਜੇ ਅੰਮ੍ਰਿਤ ਸੰਚਾਰ ਹਾਲ ਉੱਥੇ ਬੇਟੀਆਂ ਬੈਠ ਸਕਦੀਆਂ, ਉੱਥੇ ਬਹੁਤ ਰਾਤ ਵਾਂਗੂ ਹੀ ਹੈ ਅੰਮ੍ਰਿਤ ਸੰਚਾਰ ਹਾਲ, ਜਾਂ ਉਹ ਜਿੱਥੇ ਸ਼ਾਮ ਤੇ ਹਨੇਰਾ। ਬੇਟੇ ਵੀ ਤੁਸੀਂ ਬੇਟੇ ਆਪੋ ਆਪਣਾ ਕਰੋ ਹੁਣ ਤੇ ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ